ਉਹ ਜੇਲ੍ਹ ਵਿੱਚੋਂ ਬਾਹਰ ਆ ਕੇ ਆਪਣੇ ਆਸ਼ਰਮ ਪਹੁੰਚ ਚੁੱਕੇ ਨੇ। ਦੱਸਿਆ ਜਾ ਰਿਹਾ ਹੈ ਕਿ ਜਿਸ ਟਾਈਮਿੰਗ ਦੇ ਉੱਪਰ ਜਿਸ ਸਮੇਂ ਦੇ ਉੱਪਰ ਬਾਬਾ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਹੈ ਤੇ ਵੱਡੀ ਜੋ ਪ੍ਰਭਾਵ ਕਿਉਂਕਿ ਡੇਰੇ ਦਾ ਹੈ ਪੰਜਾਬ ਦੇ ਮਾਲਵੇ ਦੇ ਵਿੱਚ, ਉੱਥੇ ਉੱਤਰ ਪ੍ਰਦੇਸ਼ ਦੇ ਪੱਛਮੀ ਇਲਾਕੇ ਦੇ ਵਿੱਚ, ਸੋ ਕਿਤੇ ਨਾ ਕਿਤੇ ਭਾਜਪਾ ਦੇ ਵੱਲੋਂ ਵੋਟਾਂ ਦੀ ਗਿਣਤੀ ਮਿੰਤੀ ਨੂੰ ਸੈੱਟ ਕਰਨ ਦੇ ਲਈ, ਆਪਣੇ ਹੱਕ 'ਚ ਤੇ ਵਿਰੋਧੀਆਂ ਦੀ ਗਿਣਤੀ ਮਿੰਤੀ ਵਿਗਾੜਨ ਦੇ ਲਈ ਬਾਬਾ ਨੂੰ ਫਰਲੋ ਦਿੱਤੀ ਗਈ ਹੈ। ਸਭ ਤੋਂ ਪਹਿਲਾਂ ਸ਼ੇਰਗਿੱਲ ਸਾਹਿਬ, ਕਿੰਜ ਵੇਖਦੇ ਹੋ ਕਿ ਬਾਬਾ ਜੋ ਬਾਹਰ ਆ ਚੁੱਕਾ ਕਿੰਨਾ ਕੁ ਪ੍ਰਭਾਵਿਤ ਕਰ ਸਕਦਾ ਇਹਨਾਂ ਚੋਣਾਂ ਨੂੰ? देखो चोणां चाहे विधान सभा होण चाहे लोक सभा चोणां होण, ਇਹਦਾ ਕਨੈਕਸ਼ਨ ਡੇਰਿਆਂ ਨਾਲ ਪੱਕਾ ਹੀ ਰਹਿੰਦਾ ਜੀ। ਜਦੋਂ ਵੀ ਦੇਖ ਲਓ ਨਾ ਚੋਣਾਂ ਆਈਆਂ ਹੋਣ ਤੇ ਆਪਾਂ ਜੇ ਨਸ਼ਰ ਹੋ ਜਾਣ ਤਾਂ ਚੰਗੀ ਗੱਲ ਹੈ, ਜੇ ਨਾ ਨਸ਼ਰ ਹੋਣ ਤਾਂ ਫਿਰ ਵੀ ਪਤਾ ਲੱਗ ਜਾਂਦਾ ਵੀ ਸਾਰੀਆਂ ਪਾਰਟੀਆਂ ਦੇ ਤਕਰੀਬਨ ਆਗੂ ਉਹ ਵੀ ਬਾਬਿਆਂ ਦੀ ਸ਼ਰਨ 'ਚ ਡੇਰਿਆਂ ਦੀ ਸ਼ਰਨ 'ਚ ਜਾਣ ਲੱਗ ਪੈਂਦੇ ਆ। ਵੀ ਕੀ ਉਹਨਾਂ ਨੂੰ ਇਹੀ ਟੇਕ ਰਹਿ ਜਾਂਦੀ ਆ ਵੀ ਇਹਨਾਂ ਦੀਆਂ ਵੋਟਾਂ ਮਿਲਣੀਆਂ ਤਾਂ ਹੀ ਅਸੀਂ ਜਿੱਤਣਾ, ਤੇ ਜੇ ਉਹਨਾਂ ਨੇ ਕੋਈ ਕੰਮ ਚੰਗੇ ਕੀਤੇ ਹੋਣ ਤੇ ਫਿਰ ਡੇਰੇ ਵਾਲੇ ਵੀ ਵੋਟ ਪਾਉਣਗੇ ਤੇ ਆਮ ਲੋਕ ਵੀ ਪਾਉਣਗੇ। ਪਰ ਉਹਨਾਂ ਦੇ ਕੰਮ ਹੀ ਨੀਅਤਾਂ ਮਾੜੀਆਂ ਹੁੰਦੀਆਂ ਤੇ ਉਹਨਾਂ ਨੂੰ ਹੁੰਦਾ ਵੀ ਹੁਣ ਬਾਕੀ ਲੋਕਾਂ ਨੇ ਤਾਂ ਸਾਨੂੰ ਪਸੰਦ ਨਹੀਂ ਕਰਨਾ, ਹੋ ਸਕਦਾ ਚਲੋ ਡੇਰੇ ਵਾਲੀ ਦੀ ਵੋਟ ਹੀ ਲੈ ਲਈਏ ਆਪਾਂ। ਮੈਂ ਇਸ ਦੀ ਕਨੈਕਸ਼ਨ ਤਾਂ ਜੋੜਿਆ ਵੀ 2017 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਜਦੋਂ ਮਾਰਚ ਵਿੱਚ ਸਰਕਾਰ ਨਵੀਂ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੀ, ਉਸ ਤੋਂ ਬਾਅਦ ਅਗਸਤ ਵਿੱਚ ਡੇਰਾ ਮੁਖੀ ਬਾਬਾ ਜੇਲ੍ਹ ਦੇ ਅੰਦਰ ਜਾਂਦਾ। ਹੁਣ 2022 ਦੀਆਂ ਚੋਣਾਂ ਨੂੰ 13 ਦਿਨ ਰਹਿੰਦੇ ਆ ਤੇ ਡੇਰਾ ਮੁਖੀ ਜੇਲ੍ਹ ਤੋਂ ਬਾਹਰ ਆਉਂਦਾ। ਇਹ ਦੋਨਾਂ ਦਾ ਸੰਯੋਗ ਹੀ ਕਹਿ ਲਓ, ਕਿਉਂਕਿ ਮਨੋਹਰ ਲਾਲ ਖੱਟਰ ਜੀ ਵੀ ਕਹਿ ਰਹੇ ਸੀ ਵੀ ਇਹ ਸੰਯੋਗ ਹੀ ਆ। ਉਹ ਵੀ ਸੰਯੋਗ ਸੀਗਾ ਵੀ 2017 ਦੇ ਚੋਣਾਂ ਹੋ ਗਈਆਂ ਤੇ ਬਾਬਾ ਅੰਦਰ, ਤੇ 2022 ਦੀਆਂ ਚੋਣਾਂ ਹੋਣ ਵਾਲੀਆਂ, ਵੋਟਾਂ ਪੈਣੀਆਂ ਤੇ ਬਾਬਾ ਬਾਹਰ। ਮਤਲਬ ਡੇਰਿਆਂ ਨੂੰ ਵੀ ਸਿਆਸੀ ਪਾਰਟੀਆਂ ਆਪਣੇ ਤਰੀਕੇ ਨਾਲ ਜਦੋਂ ਲੋੜ ਪੈਂਦੀ ਆ ਉਦੋਂ ਵਰਤ ਲੈਂਦੇ ਆ, ਤੇ ਕਾਨੂੰਨ ਵੀ ਇਹਨਾਂ ਦੇ ਆਪਣੇ ਹੀ ਆ। ਜੇ ਤਾਂ ਲੋੜ ਵਰਤੋਂ ਲਈ ਆ ਤੇ ਵਰਤੋਂ ਕਰ ਲੈਂਦੇ ਆ, ਜੇ ਦੁਰਵਰਤੋਂ ਲਈ ਆ ਤੇ ਫਿਰ ਦੁਰਵਰਤੋਂ ਕਰਨ ਤੋਂ ਵੀ ਪਿੱਛੇ ਨਹੀਂ ਹਟਦੀਆਂ ਪਾਰਟੀਆਂ। ਖੈਰ ਚਲੋ ਇਹ ਦੋਸ਼ਾਂ ਨੂੰ ਬੇਸ਼ੱਕ ਬੀਜੇਪੀ ਨਕਾਰ ਰਹੀ ਆ, ਬੀਜੇਪੀ ਕਹਿ ਰਹੀ ਆ ਬੇਬੁਨਿਆਦ ਦੋਸ਼ ਆ, ਜੋ ਵੀ ਕਹਿਣਾ ਉਹਨਾਂ ਦੇ ਹਿਸਾਬ ਨਾਲ ਕਹਿ ਰਹੀ ਆ। ਵਿਰੋਧੀ ਪਾਰਟੀਆਂ ਵਾਕਈ ਸਾਰੀਆਂ ਦੋਸ਼ ਲਾ ਰਹੀਆਂ। ਸ਼੍ਰੋਮਣੀ ਕਮੇਟੀ ਨੇ ਵੀ ਬੜਾ ਤਿੱਖਾ ਇਹਦਾ ਪ੍ਰਤੀਕਰਮ ਦਿੱਤਾ ਵੀ ਇਹ ਤਾਂ ਸਾਰਾ ਮਾਹੌਲ ਖਰਾਬ ਕਰਨ ਲਈ ਜਾਂ ਗਣੀ ਮਿੱਥੀ ਸਾਜ਼ਿਸ਼ ਲਈ ਆ। ਐਨੀਹਾਓ ਜੋ ਵੀ ਹੈਗਾ, ਪਰ ਜੇ ਓਵਰਆਲ ਦੇਖਿਆ ਜਾਵੇ ਤਾਂ ਡੇਰਾ ਸਿਰਸਾ ਦੇ ਫੋਲੋਵਰਾਂ ਦੀ ਗਿਣਤੀ ਦੇ ਹਿਸਾਬ ਨਾਲ ਦੇਖਿਆ ਜਾਵੇ, ਇਹਨਾਂ ਦੀ ਰਾਜਸੀ ਵਿੰਗ ਨੂੰ ਦੇਖਿਆ ਜਾਵੇ, ਇਹਨਾਂ ਦੇ ਹਰ ਚੋਣਾਂ ਦੇ ਵਿੱਚ ਸ਼ਮੂਲੀਅਤ ਜਾਂ ਦਖਲ ਨੂੰ ਦੇਖਿਆ ਜਾਵੇ, ਤੇ ਫਿਰ ਆਪਣਾ ਜਿਹੜਾ ਉਹ ਸਿਰਲੇਖ ਆ ਉਹ ਵਾਕਈ ਢੁਕਦਾ ਪਏ। ਇਹ ਘੱਟੋ ਘੱਟ ਮਾਲਵੇ ਦੇ ਵਿੱਚ ਤਾਂ ਜ਼ਰੂਰ ਵੋਟਾਂ ਦੀ ਗਿਣਤੀ ਮਿਣਤੀ ਨੂੰ ਵਿਗਾੜੇਗਾ। ਜਿਹੜੇ ਤੇ ਚੁੱਪ ਕਰਕੇ ਕੱਲ ਤੱਕ ਬੈਠੇ ਸੀਗੇ, ਦੇਖੋ ਕਈਆਂ ਨੂੰ ਤਾਂ ਸੂਹ ਲੱਗ ਗਈ ਹੋਣੀ ਪਹਿਲਾਂ ਹੀ, ਪਹਿਲਾਂ ਵੀ ਇਹ ਡੇਰਾ ਮੁਖੀ ਦੀ ਰਿਹਾਈ ਹੋਣ ਵਾਲੀ ਆ, ਪਰੋਲ ਫਰਲੋ ਜੋ ਵੀ ਹੋਇਆ। ਤੇ ਜਿਨ੍ਹਾਂ ਨੂੰ ਨਹੀਂ ਪਤਾ ਹੋਊਗਾ ਤਾਂ ਉਹ ਆਪਦੇ ਜ਼ੋਰ ਨਾਲ ਪੂਰੇ ਬੈਠੇ ਸੀ ਵੀ ਲੈ ਵੀ ਐਤਕੀ ਤਾਂ ਕੰਮ ਗੱਡਿਆ ਪਿਆ ਸਾਡਾ। ਇੱਕ ਬਸ ਪੁੱਛੋ ਹੀ ਨਾ ਤੁਸੀਂ, ਗਿਣਤੀ ਬਸ ਉਦੋਂ ਨੂੰ 10 ਮਾਰਚ ਨੂੰ ਪਤਾ ਲੱਗਣਾ ਕੀ ਹੋਣਾ। ਤੇ ਜਦੋਂ ਕੱਲ ਫਿਰ ਬਾਬੇ ਬਾਹਰ ਆਉਣ ਦੀ ਖਬਰ ਆ ਗਈ ਤੇ ਉਹ ਵੀ ਆਪਣੇ ਨਾ ਜਿਹੜੀ ਉਹ ਪੁਰਾਣੀਆਂ ਗਿਣਤੀਆਂ ਮਿਣਤੀਆਂ 'ਚ ਪਹੁੰਚ ਗਏ ਹੋਣੇ ਯਾਰ ਆ ਇੱਥੋਂ ਇੰਨੀਆਂ ਆਉਣੀਆਂ ਸੀ, ਇੱਥੋਂ ਇੰਨੀਆਂ ਆਉਣੀਆਂ ਸੀ। ਉਹ ਲੱਭੋ ਭਲਾ ਬਾਬੇ ਦੇ ਪੈਰੋਕਾਰ ਕਿੰਨੇ ਗਿਆ, ਬਾਬੇ ਦੇ ਸੇਵਾਦਾਰ ਕਿੰਨੇ ਗਿਆ, ਇਹਨਾਂ 'ਚ ਵੋਟਾਂ ਕਿੰਨੀਆਂ। ਉਹ ਗਿਣਤੀ ਮਿਣਤੀ ਹੁਣ ਕੱਲ ਦੀਆਂ ਜਿਹੜੀਆਂ ਨਾ ਉਹ ਸਮੀਕਰਨ ਆ ਉਹ ਤਕਰੀਬਨ ਬਦਲਣੇ ਸ਼ੁਰੂ ਹੋ ਗਏ ਆ। ਤੇ ਅਗਲੇ 10 ਦਿਨ, ਕਿਉਂਕਿ ਇਹ ਲਾਸਟ ਪੜਾਅ ਦੇ ਵਿੱਚ ਪਹੁੰਚ ਗਈਆਂ ਚੋਣਾਂ ਦਾ ਦੌਰ ਜਿਹੜਾ ਪੰਜਾਬ ਦਾ, ਆਹ ਐਤਵਾਰ ਛੱਡ ਕੇ ਅਗਲੇ ਐਤਵਾਰ ਵੋਟਾਂ ਆ। ਇਹ ਕ੍ਰੂਸ਼ੀਅਲ ਟਾਈਮ ਆ। ਇਸ ਸਮੇਂ ਦੇ ਵਿੱਚ ਜੋ ਸਮੀਕਰਨ ਵੈਸੇ ਬਦਲਣੇ ਸੀਗੇ ਉਹ ਬਾਬੇ ਦੇ ਆਉਣ ਨਾਲ ਵੈਸੇ ਹੀ ਬਦਲ ਗਏ। ਤੇ ਉਹਨਾਂ ਦੇ ਵਿੱਚ ਜਿਹੜੀਆਂ ਪਾਰਟੀਆਂ ਪੂਰੀਆਂ ਦਮਗਜੇ ਮਾਰਦੀਆਂ ਸੀ ਸਾਡੀਆਂ ਇੰਨੀਆਂ ਸੀਟਾਂ, ਹੁਣ ਓਪੀਨੀਅਨ ਪੋਲ ਵਾਲੇ ਦੇਣ ਕੱਲ ਤੋਂ ਕੀ ਦਿੰਦੇ ਆ, ਉਹਨਾਂ ਨੇ ਵੀ ਬਣਾ ਲੈਣਾ ਪਹਿਲਾਂ ਵੀ ਇੱਥੇ ਹੁਣ ਜਿਹੜਾ ਨਾ ਆਹ ਜਿਹੜਾ ਪ੍ਰਭਾਵ ਆ ਬਾਬੇ ਦੀ ਇਹਨਾਂ ਸੀਟਾਂ ਤੇ ਬਹੁਤ ਆ, ਇੱਥੇ ਲੱਗਦਾ ਵੀ ਬਾਜੀ ਆਹ ਪਾਰਟੀ ਮਾਰੂਗੀ। ਪਾਰਟੀ ਕਿਹਨੂੰ ਵੋਟ ਦੇਣੀ, ਕਿਹੜੇ ਉਮੀਦਵਾਰ ਨੂੰ ਦੇਣੀ, ਇਹ ਤਾਂ ਹੁਣ ਬਾਬਾ ਤਾਂ ਉਹ ਦੇਖੋ ਹਰਿਆਣੇ ਵਾਲੇ ਕਹਿੰਦੇ ਵੀ ਹਰਿਆਣੇ 'ਚ ਜਿੱਥੇ ਮਰਜ਼ੀ ਘੁੰਮ ਸਕਦਾ, ਇੱਥੋਂ ਤੱਕ ਵੀ ਕਹਿ ਰਹੇ ਪੰਜਾਬ 'ਚ ਨਹੀਂ ਆ ਸਕਦਾ, ਉਹਨਾਂ ਦੇ ਸ਼ਰਤਾਂ ਲਾਈਆਂ ਆ। ਖੈਰ ਚਲੋ ਜਦੋਂ ਹਰਿਆਣੇ 'ਚ ਆ ਗਿਆ ਤਾਂ ਕੋਈ ਉਹਨੂੰ ਕੋਈ ਬੰਦਸ਼ ਨਹੀਂ ਹੈ, ਪੰਜਾਬ 'ਚ ਵੀ ਆ ਸਕਦਾ। ਤੇ ਉੱਥੇ ਗੁਰੂਗ੍ਰਾਮ ਬੈਠਾ ਬੈਠਾ ਵੀ ਉਹ ਆਪਣਾ ਸੰਦੇਸ਼ ਦੇ ਸਕਦਾ, ਕਿਉਂਕਿ ਕੱਲ ਤੋਂ ਹੀ ਜਿਹੜੇ ਇਹਨਾਂ ਦੇ ਪੈਰੋਕਾਰਾਂ ਦੇ ਇਹ ਖਬਰਾਂ ਬਿਆਨ ਆਉਣ ਲੱਗ ਪਏ ਵੀ ਜਿੱਥੇ ਬਾਬਾ ਜੀ ਕਹਿਣਗੇ ਉੱਥੇ ਅਸੀਂ ਤਾਂ ਥੋਕ ਦੇ ਵਿੱਚ ਵੋਟਾਂ ਪਾਵਾਂਗੇ। ਤੇ ਇਹ ਕਦੀ ਹੋਇਆ ਹੀ ਨਹੀਂ ਵੀ ਬਾਬੇ ਹੋਣੀ ਜਾਂ ਡੇਰਾ ਸਿਰਸਾ ਵਾਲੇ ਵੀ ਉਸ ਪਾਰਟੀ ਨੂੰ ਵੋਟ ਨਾ ਪਈ ਹੋਵੇ ਜਿਹੜੀ ਸੈਂਟਰ ਦੇ ਵਿੱਚ ਸਰਕਾਰ ਹੋਵੇ। ਕਿਉਂਕਿ ਆਪਾਂ ਜੇ ਪਿਛਲੀਆਂ ਵੋਟਾਂ ਦਾ ਕੁਝ ਲੇਖਾ ਜੋਖਾ ਦੇਖੀਏ ਤਾਂ ਮੈਕਸੀਮਮ ਡੇਰੇ ਦੀ ਜਿਹੜਾ ਝੁਕਾਅ ਆ, ਰੁਝਾਨ ਆ, ਉਹ ਸੈਂਟਰ ਵਾਲੀ ਸਰਕਾਰ ਦੀ ਜਿਹੜੀ ਪਾਰਟੀ ਆ ਉਹਦੇ ਵੱਲ ਰਿਹਾ ਆ। ਤੇ ਹੁਣ ਵੀ ਜਿਹੜੀਆਂ ਕੱਲ ਦੀਆਂ ਉਂਗਲਾਂ ਇਸੇ ਕਰਕੇ ਹੀ ਬੀਜੇਪੀ ਵੱਲ ਨੂੰ ਹੋ ਰਹੀਆਂ, ਪਰ ਇਹਦੀ ਟਾਈਮਿੰਗ ਜ਼ਰੂਰ
ਗਲਤ ਦੱਸੀ ਜਾ ਰਹੀ ਆ ਵੀ ਹਾਂ ਵੀ ਹੁਣੇ ਹੀ ਛੱਡਣਾ ਸੀ। ਉਹ ਵਿਚਾਰਾ ਸਾਲ ਦਾ ਮੰਗਣ ਡਿਆ ਸੀਗਾ, ਕਦੇ ਮਾਂ ਦੀ ਬਿਮਾਰੀ ਕਰਕੇ, ਕਦੇ ਕਿਸੇ ਬਹਾਨੇ ਕਰਕੇ, ਕਦੇ ਬਿਮਾਰ ਹੋਣ ਕਰਕੇ, ਤੇ ਉਦੋਂ ਤਾਂ ਦਿੱਤੀ ਨਹੀਂ ਕਿਸੇ ਨੇ। ਹੁਣ ਇੱਕਦਮ ਕੀ ਇਹੋ ਜਿਹਾ ਖਿਆਲ ਆ ਗਿਆ ਵੀ ਉਹ ਕਹਿਣ ਦੇਖੋ ਜੀ ਫਰਲੋ ਲੈਣ ਦਾ ਅਧਿਕਾਰ ਤਾਂ ਸਾਰਿਆਂ ਦਾ ਆ, ਤੇ ਜੇ ਫਰਲੋ ਲੈਣ ਦਾ ਅਧਿਕਾਰ ਬਾਬੇ ਦਾ ਆ ਜਾਂ ਕ੍ਰਿਮੀਨਲ ਕੇਸਾਂ ਵਾਲੇ ਇਹੋ ਜਿਹੇ ਬੰਦਿਆਂ ਦਾ ਆ, ਤੇ ਜਿਹੜੇ ਬੰਦੀ ਸਿੰਘ ਵਿਚਾਰੇ ਜਿਨ੍ਹਾਂ ਨੇ ਸਾਰੀਆਂ ਸਜ਼ਾਵਾਂ ਪੂਰੀਆਂ ਕਰਤੀਆਂ, ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਵਰਗੇ ਜਿਨ੍ਹਾਂ ਦੇ ਮਾਨਸਿਕ ਸਥਿਤੀ ਵੀ ਸਹੀ ਨਹੀਂ ਆ, ਤੇ ਕੀ ਗੱਲ ਉਹਨਾਂ ਲਈ ਇਹ ਕਾਨੂੰਨ ਵੱਖਰੇ ਆ? ਉਹਨਾਂ ਨੂੰ ਫਰਲੋ ਜਾਂ ਪੈਰੋਲ ਨਹੀਂ ਦਿੱਤੀ ਜਾ ਸਕਦੀ ਆ? 25-26 ਸਾਲ ਬਾਅਦ ਭਾਈ ਬਲਵੰਤ ਸਿੰਘ ਰਾਜੋਵਾਲ ਨੇ ਉਹਨੂੰ ਜੋ ਪੈਰੋਲ ਦਿੱਤੀ ਆ, ਤੇ ਉਹ ਵੀ ਟਾਈਮ ਟੂ ਟਾਈਮ, ਸਨਸ਼ਾਈਨ ਤੋਂ ਸਨਸੈਟ ਤੱਕ। ਕਿਸੇ ਇਸ ਟਾਈਮ ਦੇ ਵਿੱਚ ਇੰਨੀ ਪੈਰੋਲ ਆ, ਫਾਦਰ ਸਾਹਿਬ ਦੇ ਉਹਨਾਂ ਦੇ ਭੋਗ ਸੀਗਾ, ਉੱਥੇ ਜਾ ਕੇ ਸ਼ਾਮਲ ਹੋ ਕੇ ਆ ਜਾਣਾ। ਤੇ ਜੇ ਉਹ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਚਲੋ ਉਹਨਾਂ ਦੇ ਜੋ ਸਜ਼ਾ ਯਾਫਤਾ ਆ, ਜਿਹੜੇ ਹੋਰ ਬੰਦੀ ਸਿੰਘ ਆ, ਉਹਨਾਂ ਲਈ ਕਾਨੂੰਨ ਕਿਉਂ ਨਹੀਂ ਇਹ ਲਾਗੂ ਹੁੰਦਾ? ਮਤਲਬ ਕਹਿਣ ਦਾ ਜੇ ਹੁਣ ਵਾਕਈ ਉਹਨਾਂ ਨੂੰ ਇਸ ਤਰੀਕੇ ਨਾਲ ਲੱਗਦਾ ਵੀ ਸਾਡਾ ਕੋਈ ਰੋਲ ਨਹੀਂ, ਤੇ ਫਿਰ ਉਹਨਾਂ ਨੂੰ ਸਪਸ਼ਟੀਕਰਨ ਦੇਣ ਦੀ ਕੀ ਲੋੜ ਪਈ? ਫਟਾਫਟ ਹਰਿਆਣੇ ਦੇ ਮੁੱਖ ਮੰਤਰੀ ਨੂੰ ਪ੍ਰੈਸ ਕਾਨਫਰੰਸ ਕਰਨ ਦੀ ਕੀ ਲੋੜ ਪੈ ਗਈ ਸੀਗੀ ਵੀ ਆ ਕੇ ਦੱਸੀਏ ਮੀਡੀਆ ਨੂੰ ਵੀ ਨਹੀਂ ਜੀ ਇਹ ਤਾਂ ਇੱਕ ਸੰਜੋਗ ਵਸ ਆ। ਸੰਜੋਗ ਵਸ ਤਾਂ ਹੋਰ ਵੀ ਕਿਸੇ ਲਈ ਕਰ ਦਿਓ, ਕੱਲੇ ਇਹਨਾਂ ਲਈ ਥੋੜੀ ਸੰਜੋਗ ਵਸ ਹੁੰਦਾ। ਬਿਲਕੁਲ। ਸੋ ਲਗਾਤਾਰ ਬੀਤੇ ਦਿਨ ਜਿਵੇਂ ਹੀ ਬਾਬਾ ਰਾਮ ਰਹੀਮ ਨੂੰ ਫਰਲੋ ਮਿਲਣ ਦੀ ਖਬਰ ਸਾਹਮਣੇ ਆਈ, ਕਿਉਂਕਿ ਸਿੱਖ ਹਿਰਦੇ ਕਾਫੀ ਬਲੂੰਦਰੇ ਗਏ। ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਧਾਮੀ ਸਾਹਿਬ ਵੱਲੋਂ ਵੀ ਪ੍ਰਤੀਕਿਰਿਆ ਦਿੱਤੀ ਗਈ। ਲਗਾਤਾਰ ਕਿਹਾ ਗਿਆ ਕਿਉਂਕਿ ਜਦੋਂ ਇਸ ਬਾਬੇ ਦਾ ਸੰਬੰਧ ਜਿੱਥੇ ਜਬਰ ਜਨਾਹ ਵਰਗੇ ਮਾਮਲਿਆਂ ਨਾਲ ਹੈ, ਜਿੱਥੇ ਕਤਲ ਵਰਗੇ ਮਾਮਲਿਆਂ ਦੇ ਨਾਲ ਹੈ, ਉੱਥੇ ਹੀ ਬੇਅਦਬੀ ਮਾਮਲਿਆਂ ਦੇ ਵਿੱਚ ਵੀ ਇਸ ਬਾਬੇ ਦਾ ਨਾਮ ਬੋਲਦਾ ਹੈ, ਡੇਰਾ ਪ੍ਰੇਮੀਆਂ ਦੇ ਨਾਮ ਬੋਲਦੇ ਨੇ। ਫਿਰ ਇਹਨਾਂ ਚੋਣਾਂ ਦੇ ਉੱਪਰ ਜਿਵੇਂ ਸ਼ੇਰਗਿੱਲ ਸਾਹਿਬ ਨੇ ਵੀ ਕਿਹਾ ਕਿ ਇਹਨਾਂ ਚੋਣਾਂ ਤੋਂ ਦੇ ਮੱਦੇਨਜ਼ਰ ਉਸ ਦਾ ਬਾਹਰ ਆਣਾ, ਤੇ ਹਰ ਕੋਈ ਕਹਿ ਰਿਹਾ ਕਿ ਗਿਣਤੀ ਮਿੰਤੀ ਵਿਗਾੜਨ ਕੋਸ਼ਿਸ਼ ਹੋ ਰਹੀ ਹੈ ਤੇ ਭਾਜਪਾ ਵੱਲ ਝੁਕਾਅ ਵਧੇਰੇ ਲੱਗ ਰਿਹਾ। ਸੋ ਵੇਖਣਾ ਹੋਏਗਾ ਕਿ ਡੇਰਿਆਂ ਦੇ ਭਰੋਸਿਆਂ ਤੇ ਚੱਲ ਰਹੀਆਂ ਸਿਆਸੀ ਪਾਰਟੀਆਂ ਨੂੰ ਇਹਨਾਂ ਡੇਰਿਆਂ ਦਾ ਕਿੰਨਾ ਕੁ ਸਾਥ ਮਿਲਦਾ ਹੈ। ਇਹਦੇ ਵਿੱਚ ਮੈਂ ਇੱਕ ਗੱਲ ਹੋਰ ਜੋੜਨੀ ਚਾਹੂੰਗਾ, ਬੇਸ਼ੱਕ ਉੱਥੇ ਸਪਸ਼ਟ ਤੌਰ ਤੇ ਕਿਸੇ ਤੇ ਪ੍ਰਭਾਵ ਪਵੇ ਜਾਂ ਨਾ ਪਵੇ, ਪਰ ਜਦੋਂ ਗਿਣਤੀ ਦੀ ਵੋਟਾਂ ਦੇ ਵਿੱਚ ਅੱਗੇ ਪਿੱਛੇ ਹੋ ਜਾਵੇ, ਮੰਨ ਲਓ 1000-2000 ਦਾ ਵੀ ਫਰਕ ਪੈ ਗਿਆ, ਤੇ ਉਹ ਜਿਹੜੀ 1000-2000 ਹੈ ਕਿਸੇ ਜੇਤੂ ਵੱਲੋਂ ਨਿਕਲ ਕੇ ਆ ਜਾਵੇ, ਤੇ ਉਹਦੀ ਤਾਂ ਘਟ ਗਈ, ਤੇ ਜਿਹੜਾ ਬੰਦਾ ਹਾਰਦਾ ਸੀਗਾ ਉਹ 1000-2000 ਨਾਲ ਉਹਨੂੰ ਫਰਕ ਪੈ ਗਿਆ। ਸੋ ਇੱਥੇ ਜਿਹੜਾ ਪ੍ਰਭਾਵ ਸੀ ਬੀਜੇਪੀ ਦਾ, ਉਹ ਜਦੋਂ ਅੰਦੋਲਨ ਦੇ ਦੌਰ ਤੋਂ ਦੇਖੀਏ ਤੇ ਜ਼ੀਰੋ ਸੀਗਾ। ਉਹ ਜ਼ੀਰੋ ਤੋਂ ਲੈ ਕੇ 10%, 20%, 30, 40 ਆਪਾਂ ਦੇਖਿਆ ਕਈ ਐਸੇ ਬੰਦੇ ਜਿਹੜੇ ਆ ਬੀਜੇਪੀ 'ਚ ਸ਼ਾਮਲ ਹੋ ਗਏ, ਜਿਹੜੇ ਕਿਸੇ ਸਮੇਂ ਬੀਜੇਪੀ ਦੇ ਵੱਡੇ ਲੀਡਰ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਹੋਰਾਂ ਨੂੰ ਵੀ ਗਾਲਾਂ ਕੱਢਦੇ ਹੁੰਦੇ ਸੀਗੇ, ਉਹ ਵੀ ਸ਼ਾਮਲ ਹੋ ਗਏ। ਤੇ ਉਹਨਾਂ ਨੂੰ ਇਹੋ ਜਿਹਾ ਕੀ ਬ੍ਰੇਨ ਵਾਸ਼ ਹੋ ਗਿਆ, ਜਾਂ ਉਹਨਾਂ ਦੇ ਇਹੋ ਜਿਹੇ ਕੀ ਪਤਾ ਲੱਗ ਗਿਆ ਵੀ ਹੁਣ ਬੀਜੇਪੀ ਹੀ ਸਭ ਕੁਝ ਆ, ਜਾਂ ਪਹਿਲਾਂ ਕਿਉਂ ਨਹੀਂ ਸੀ ਪਤਾ? ਮੈਂ ਗੱਲ ਕਰਦਾ ਹੌਬੀ ਧਾਲੀਵਾਲ ਦੀ ਵੀ, ਜਿਨ੍ਹਾਂ ਦੀ ਕੱਲ ਵੀਡੀਓ ਪਿਛਲੀ ਵੀ ਚੱਲ ਰਹੀ ਆ ਤੇ ਕੱਲ ਦੀ ਵੀ ਚੱਲ ਰਹੀ ਹੈ। ਕੱਲ ਤਾਂ ਉਹ ਕਸੀਦੇ ਇਦਾਂ ਪੜਿਆ ਵੀ ਪਤਾ ਨਹੀਂ ਸਾਰਾ ਕੁਝ ਬੀਜੇਪੀ ਆ, ਤੇ ਉਹੀ ਜੇ ਪਿਛਲੀ ਵੀਡੀਓ ਉਹਨੇ ਚੱਲ ਕੇ ਦੇਖੀਏ ਤਾਂ ਉਹ ਸਿਰੇ ਦੀਆਂ ਜੋ ਕੁਝ ਉਹ ਬੋਲਦੇ ਸੀਗੇ ਉਹ ਅੰਤ ਹੀ ਨਹੀਂ ਸੀਗਾ ਉਹਨਾਂ ਦਾ ਸ਼ਾਮਲ ਹੋਣਾ। ਫਿਰ ਚਲੋ ਮੰਨਿਆ ਸਿਆਸੀ ਲੋਕਾਂ ਦਾ ਵੀ ਹਾਂ ਵੀ ਇਧਰੋਂ ਟਿਕਟ ਨਹੀਂ ਮਿਲੀ, ਦਮਨ ਬਾਜਵਾ ਜਾਂ ਹੋਰ ਜਿਹੜੇ ਐਮਐਲਏ ਛੱਡ ਕੇ ਗਏ ਆ, ਇੱਥੋਂ ਟਿਕਟ ਮਿਲੀ ਜੋ ਸਾਡੇ ਕੋਲ ਹੋਰ ਪਲੇਟਫਾਰਮ ਹੈਗਾ ਉੱਥੇ ਚੱਲ ਗਏ। ਪਰ ਜਿਹੜੇ ਲੋਕ ਪਹਿਲਾਂ ਕਿਸੇ ਤਰੀਕੇ ਨਾਲ ਇਦਾਂ ਦੀਆਂ ਗੱਲਾਂ ਕਰਦੇ ਸੀਗੇ, ਉਹਨਾਂ ਦਾ ਦੂਜੀ ਉਸ ਵੇਲੇ ਇੱਕਦਮ ਆਪਣਾ ਮੋੜ ਘਟ ਜਾਣਾ ਕਿਤੇ ਆ ਕੇ, ਔਰ ਉਹ ਵੀ ਚੋਣਾਂ ਤੋਂ ਪਹਿਲਾਂ ਵੀ ਪਤਾ ਨਹੀਂ ਸਾਨੂੰ ਇਹਨਾਂ ਨੇ ਕੀ ਦੇ ਦੇਣਾ। ਫਿਰ ਇਹ ਵੀ ਨਹੀਂ ਪਤਾ ਵੀ ਟਾਈਮਿੰਗ ਕਿਦਾਂ ਦੀ ਆ। ਮੰਨ ਲਓ ਦਮਨ ਬਾਜਵਾ ਜੇ ਅੱਜ ਗਈ ਵੀ ਆ, ਇਹ ਜੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਭਰੇ ਸੀਗੇ, ਕਾਗਜ਼ ਵਾਪਸ ਲੈ ਲਏ, ਫੇਰ ਲੱਗਾ ਵੀ ਨਹੀਂ ਚਲੋ ਕਾਂਗਰਸੀਆਂ ਨੇ ਮਨਾ ਲਿਆ ਹੋਊਗਾ, ਪਰ ਉਹ ਮੰਨੀ ਨਹੀਂ। ਹੁਣ ਇੱਧਰ ਬੀਜੇਪੀ 'ਚ ਆ ਗਏ, ਟਾਈਮਿੰਗ ਬੀਜੇਪੀ 'ਚ ਆਉਣ ਦਾ ਵੀ ਗਲਤ ਆ। ਜੇ ਤੁਸੀਂ ਆਉਣਾ ਸੀ, ਟਿਕਟ ਦੇ ਚਾਹਵਾਨ ਸੀਗੇ, ਤਾਂ ਉਸ ਟਾਈਮ ਤੇ ਆਉਂਦੇ ਤਾਂ ਕਿ ਤੁਹਾਨੂੰ ਟਿਕਟ ਮਿਲਦੀ ਹੈ ਤਾਂ ਤੁਸੀਂ ਆਪ ਦਾ ਫਿਰ ਦਮਖਮ ਦਿਖਾ ਲਦੇ। ਸੋ ਇਹ ਜਿਹੜੀ ਟਾਈਮਿੰਗ ਆ ਬਾਬੇ ਨੂੰ ਛੱਡਣ ਦੀ, ਇਹ ਬਹੁਤ ਸਵਾਲ ਖੜੇ ਕਰਦੀ ਆ। ਇਹਦਾ ਪ੍ਰਭਾਵ ਕਿੰਨਾ ਪੈਂਦਾ ਕਿੰਨਾ ਨਹੀਂ ਪੈਂਦਾ, ਵੈਸੇ ਮਾਲਵੇ ਦੇ ਵਿੱਚ ਤਾਂ ਅਸਰ ਹੈਗਾ ਆ। ਉਹ ਆਪਾਂ ਪਿਛਲੀਆਂ ਚੋਣਾਂ 17 ਦੀਆਂ ਦੇਖ ਲਓ, 2014 ਦੀਆਂ ਲੋਕ ਸਭਾ ਦੇਖ ਲਓ, 2002 ਤੋਂ 5 ਤੱਕ ਦੇਖ ਲਓ, ਇਹਨਾਂ ਦਾ ਰਾਜਸੀ ਵਿੰਗ ਵੀ ਬਣਿਆ ਹੋਇਆ ਹੈ। ਇਹਨਾਂ ਨੇ ਜਿੱਧਰ ਹੁਕਮ ਕਰਨਾ ਉਧਰਲੀ ਪਾਰਟੀ ਵੱਲੋਂ ਝੁਕ ਜਾਣਾ, ਤੇ ਇਹਦੀ ਜਿਹੜੀ ਗਿਣਤੀ ਮਿਣਤੀ ਵਾਕਿਆ ਖਰਾਬ ਹੋਣ ਵਾਲੀ ਆ। ਜਿਹਨਾਂ ਦੀ ਪਹਿਲਾਂ ਆਸ ਲੱਗੀ ਸੀਗੀ ਉਹ ਬਾਅਦ 'ਚ ਵੱਧ ਜਾਣੀ ਆ, ਜਿਹਨਾਂ ਦੀ ਪਹਿਲਾਂ ਟੁੱਟੀ ਹੋਈ ਸੀਗੀ ਉਹ ਵੱਧ ਜਾਣੀ, ਜਿਹਨਾਂ ਦੀ ਆਸ ਲੱਗੀ ਸੀ ਉਹ ਟੁੱਟ ਜਾਣੀ। ਬਿਲਕੁਲ। ਸੋ ਲਗਾਤਾਰ ਜੋ ਰਾਜਨੀਤੀ ਪਾਰਟੀਆਂ ਦੀ ਰਣਨੀਤੀ, ਇਸ ਨੂੰ ਰਣਨੀਤੀ ਹੀ ਕਿਹਾ ਜਾ ਸਕਦਾ ਸ਼ੇਰਗਿੱਲ ਸਾਹਿਬ, ਕਿ ਵੋਟਾਂ ਦੇ ਚੱਕਰ ਦੇ ਵਿੱਚ ਬਿਲਕੁਲ। ਸੋ ਇੱਕ ਸਿਸਟਮ ਦੇ ਅਧੀਨ ਕਹਿ ਕੇ, ਜੋ ਕਿ ਖੱਟੜ ਹੋਰਾਂ ਦੇ ਵੱਲੋਂ ਵੀ ਸਪਸ਼ਟੀਕਰਨ ਦਿੱਤਾ ਗਿਆ ਕਿ ਇਹ ਤਾਂ ਨੋਰਮਲ ਸਿਸਟਮ ਹੈ, ਇਹ ਤਾਂ ਜੋ ਅਧਿਕਾਰ ਹੈ ਉਸਦਾ 21 ਦਿਨ ਦੀ ਫਰਲੋ ਮਿਲਣਾ। ਪਰ ਚੋਣਾਂ ਦੇ ਸਮੇਂ ਫਰਲੋ ਤੇ ਬਾਬਾ ਰਾਮ ਰਹੀਮ ਬਾਹਰ ਆ ਚੁੱਕੇ ਨੇ। ਦੇਖਣਾ ਹੋਏਗਾ ਕਿ ਹੁਣ ਉਹ ਵੋਟਾਂ ਦੇ ਉੱਪਰ, ਇਹਨਾਂ ਵੋਟਾਂ ਦੌਰਾਨ ਕਿੰਨਾ ਕੁ ਪ੍ਰਭਾਵ ਪਾ ਸਕਦੇ ਨੇ ਡੇਰਾ ਪ੍ਰੇਮੀ। ਸੋ ਅਗਲੀ ਖਬਰ ਦਾ ਰੁਖ ਕਰਦੇ ਹਾਂ। ਜਿਵੇਂ ਤੁਸੀਂ ਗੱਲ ਕੀਤੀ ਕਿ ਭਾਜਪਾ ਵੱਲ ਜ਼ਿਆਦਾ ਝੁਕਾਅ ਦੇਖਣ ਨੂੰ ਮਿਲ ਰਿਹਾ। ਸ਼ੇਰਗਿੱਲ ਸਾਹਿਬ, ਇੱਕ ਗੱਲ ਸਮਝ ਨਹੀਂ ਆਉਂਦੀ, ਕਿਉਂਕਿ ਅਕਾਲੀ ਦਲ ਨਾਲੋਂ ਵੱਖ ਹੋ ਕੇ ਭਾਜਪਾ ਨੇ ਪਹਿਲੀ ਵਾਰੀ ਚੋਣਾਂ ਲੜਨੀਆਂ। ਇਸ ਤੋਂ ਪਹਿਲਾਂ ਕਿਸਾਨੀ ਅੰਦੋਲਨ ਵੀ ਚੱਲਦਾ ਸੀ, ਪਾਣੀ ਨਾਲੋਂ ਪਤਲੀ ਹਾਲਤ ਸੀ ਭਾਜਪਾ ਦੀ। ਪਰ ਜਿਵੇਂ ਕਿਸਾਨੀ ਅੰਦੋਲਨ ਖਤਮ ਹੋਇਆ,
हर वड्डा चेहरा, ज्यादातर वड्डे चेहरे भाजपा विच शामिल हो गए। अदाकार होबी धालीवाल, माही गिल, होर भी कई कल चेहरे भाजपा विच शामिल हो गए। ते हुण कहा जा रहा है कि भाजपा ਦੀਆਂ ਨੀਤੀਆਂ ਤਾਂ ठीक सी, पर पंजाब ਦੀਆਂ बरूहां तक ही रह गईਆਂ, अंदर नहीं आ सकियां सी। जदों अपना साथ भी सी, भाईवाली भी सी अकाली दल नाल, उदों भी ये अंदर नहीं आ सके। ऐसा किहड़ी इन्हां दे हੱਥ विच जादू दी छड़ी आ गई कि हुण कल्ला कल्ला भाजपा ਦੀਆਂ ਨੀਤੀਆਂ समझ रहा, हुण कल्ले कल्ले नूं भाजपा ही सही लगदी है। ऐसी किहड़ा इन्हां दे वल्लों मंत्र पढ़ाया जा रहा? नहीं, मंत्र पढ़ाउण दी कोशिश तो पहला भी बहुत करते रहे आ। उन्होंने जे किसानां दी गल कीती ते अज भी किसी भी बीजेपी लीडर नूं पुछ के देखो ना, वो ये नहीं कहणगे भी असीं किसान अंदोलन दे दबाव हेठ असीं इह कानून वापस ले आ। वो यही कहणगे भी साडे विच कमी रह गई, तुहानूं समझा नहीं सके, किसान साडे जिहड़े कानूनां नूं समझ नहीं सके, इस करके साडी मजबूरी बन गई, असीं तां वापस ले आ। खैर कोई नहीं, जदों समझा लांगे फिर देख लांगे। मतलब कहण दा यही सीगा भी ओह किसान अंदोलन नूं जे उन्हां ने इह कानून वापस लैके खत्म करवाता ते किसान भी अपने उस पॉइंट ते जां उस स्टैंड ते कायम नहीं रहे। वो भी आपां देखिया सियासत तो जिथे निरोल रहे सी, वो सियासत विच आके सियासी ही बन गए। ते जदों बंदा सियासत च आ जांदा फिर उहदा उन्ना आधार है नहीं, क्योंकि आपां देखदे सियासत जिहड़ी आ आम लोकां दी जुबानी आ भी ये तां जिन्हों हुण मैं वो गलत शब्द ना ही वरता, चंगी गल है भी उन्हां लोकां लई बनी हुआ। पर ये जदों इहो जे किरदार वाले जदों आगू आ वो इन्हां दे विच वड़दे आ ते फिर उन्हां दा भी उसे तरीके नाल ही लोक उन्हां नूं उन्हां दी इमेज नूं देखण लग पैंदे आ। गल इत्थे इह आउंदी आ भी जे भाजपा ने किसान अंदोलन नूं भी उसे टाइम ते आके खत्म कीता जां करवाया जां कानून वापस, ये साल पहला भी लै सकदे सीगे। ये साल थोड़ी लग गया समझाउण नूं, किहड़ियां गल्लां समझाउण नूं लग गया सीगा। इस गल नूं लै के भी किसान समझ जांदे बई बीजेपी ने 1.25 साल तो बाद आके चोणां दे नेड़े आके क्यों कानून वापस ले, इस गल दी उन्होंने समझ नहीं रखी लगी। उन्हां दी रणनीति की सी भी हुण इलैक्शनां आ गईयां, कानून वापस लो, अंदोलन खत्म कराओ, इन्हां दे आगूआं नूं ही विच बीजेपी दूजा सियासत च लियाओ ते चोणां लड़ाओ। आम आदमी पार्टी रौला ही पाउंदी रही भी किसानां नूं ये बीजेपी वालियां ने ही खड़ा कीता भी साडीआं वोटां तोड़न जां साडे खिलाफ इन्हां नूं वरतिया। बीजेपी वाले कहते भी क्यों तुहानूं की डर आ भी डेमोक्रेसी है, जिहड़ा मर्जी आके चोण लड़ सकदा। गल तां ठीक है उन्हां दी, ये तां जिन्हां ने चोण लड़नी उन्हें सोचना ना भी मैं इस जोगा हैगा भी आ भी जां मैनूं कुछ मिलना जां मैं अपना अक्स जां जो पंजाब दा इस वेले दृश्य जां अक्स बनिया सी किते उहनूं ढाह ते नहीं ला रिहा। ये बीजेपी दी रणनीति ही सी भी उन्हां ने चोणां तो पहलां आके कानून वापस ले ले, फिर उन्हां ने ऐसा आधार बनाया कि वो सारे ही बंदे उधर नूं झुक गए। उन्होंने देख लिया भी हुण इन्हां दा विरोध भी नहीं हो रहा, वाकई नहीं होया किते भी। अंदोलन तो बाद बहुता विरोध नहीं होया, बेशक किते ना किते करदे रहे अपने तौर ते, पर फिर भी उन्हां दा जिहड़ा संयुक्त किसान मोर्चे दा एक कॉल सीगी भी नहीं असीं किसे नूं नहीं किहा। पर यूपी दे विच भी इदां ही आ, उत्थे तां हुण उन्हां ने यूपी वास्ते संयुक्त किसान मोर्चे ने एक स्पष्ट लाइन खिच दित्ती भाई बीजेपी दा विरोध करना, पंजाब लई क्यों नहीं कीती उन्होंने? ये भी एक सवाल उठदा, पंजाब ਲਈ नहीं कीती, यूपी ਲਈ ਕੀਤੀ ਉਹਨਾਂ ਨੇ। ਚਲੋ ਉਹ ਪਤਾ ਨਹੀਂ ਉਹਨਾਂ ਨੂੰ ਜਾਂ ਸ਼ਾਇਦ ਉੱਥੇ ਦੇ ਪਹਿਲੇ ਦੂਜੇ ਪੜਾਅ ਲਈ ਕੀਤੀ ਹੋਣਗੇ, ਸਾਡਾ ਤਾਂ 20 ਨੂੰ ਆ, 20 ਵੀ ਆ ਗਈ, ਕਦੋਂ ਕਰਨੀ ਇਹ ਨਹੀਂ ਪਤਾ। ਪਰ ਬੀਜੇਪੀ ਦਾ ਆਧਾਰ ਜਿਹੜਾ ਹੈ ਨਾ ਉਹ ਮਜ਼ਬੂਤ ਹੁੰਦਾ ਗਿਆ ਤੇ ਇਸੇ ਰਣਨੀਤੀ ਤਹਿਤ ਜਿਹੜਾ ਬਾਬੇ ਨੂੰ ਐਨ 13 ਦਿਨ ਪਹਿਲਾਂ ਲਿਆ ਕੇ ਜੇਲ੍ਹ ਚੋਂ ਬਾਹਰ ਕੱਢ ਕੇ ਇੱਕ ਮੈਸੇਜ ਦੇਤਾ ਕਿ ਬੀਜੇਪੀ ਹੁਣ ਜਿਹੜੀ ਆ ਉਹ ਸਟਰੋਂਗ ਪੋਜੀਸ਼ਨ 'ਚ ਹੁੰਦੀ ਜਾ ਰਹੀ ਆ। ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਜਿਵੇਂ ਪਹਿਲਾਂ ਦੱਸਿਆ ਵੀ ਲਾਸਟ ਦਿਨ ਜਿਹੜੇ ਆ ਇਹ ਕਰੂਸ਼ੀਅਲ ਸਮਾਂ ਆ। ਇਸ ਕਰੂਸ਼ੀਅਲ ਸਮੇਂ ਦੇ ਵਿੱਚ ਕੀ ਰਣਨੀਤੀ ਹੋਰ ਅਪਣਾਉਂਦੀ ਆ, ਕਿੱਦਾਂ ਦੀ ਰਣਨੀਤੀ ਅਪਣਾਉਂਦੀ ਆ, ਕਿਉਂਕਿ ਉਹ ਸ਼ੁਰੂ ਤੋਂ ਕਹਿੰਦੀ ਆਈ ਆ ਕਿ ਸਾਡੇ ਕੋਲ ਤਾਂ 117 ਦੇ 17 ਐਮਐਲਏ ਖੜੇ ਹੋਣ ਨੂੰ ਬੰਦੇ ਹੈਗੇ ਆ ਤੇ ਉਹਦੇ ਲਈ ਉਹ ਕਾਮਯਾਬ ਹੋ ਗਈ। ਹੁਣ ਜਿਹੜੀ ਰਣਨੀਤੀ ਅਗਲੀ ਆ, ਬੇਸ਼ੱਕ ਉਹਨਾਂ ਨੇ ਰੈਲੀਆਂ ਭਾਵਾਂ ਵਰਚੁਅਲ ਬੰਦ, ਦੂਸਰੀਆਂ ਰੈਲੀਆਂ ਫਿਜ਼ੀਕਲੀ ਬੰਦ ਕੀਤੀਆਂ ਆ, ਪਰ ਉਹਨਾਂ ਦਾ ਜਿਹੜੇ ਆਗੂ ਆ, ਜਿਹੜੇ ਭਾਸ਼ਣ ਨੇ ਲੱਛੇਦਾਰ ਉਹਨਾਂ ਦੇ, ਬੇਸ਼ੱਕ ਉਹਨਾਂ ਦੇ ਪ੍ਰਧਾਨ ਮੰਤਰੀ ਵੀ ਆ, ਉਹ ਉੱਥੇ ਬੈਠੇ ਵੀ ਇਹਨਾਂ ਨੂੰ ਕਾਇਲ ਕਰ ਸਕਦੇ ਆ। ਸੋ ਬੀਜੇਪੀ ਆਪਣੀ ਰਣਨੀਤੀ ਦੇ ਵਿੱਚ ਹੌਲੀ ਹੌਲੀ ਸਫਲ ਹੁੰਦੀ ਜਾ ਰਹੀ ਆ। ਬਿਲਕੁਲ। ਸੋ ਸਾਡੇ ਦਰਸ਼ਕ ਵੀ ਜੁੜੇ ਹੋਏ ਨੇ, ਹਰਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਢਿੱਲੋਂ, ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਆਪਣੇ ਸਵਾਲ ਜ਼ਰੂਰ ਕਮੈਂਟ ਬਾਕਸ 'ਚ ਦੱਸਦੇ ਰਿਹਾ ਕਰੋ ਤਾਂ ਜੋ ਕੁਝ ਚੁਣਿੰਦਾ ਸਵਾਲ ਨੂੰ ਅਸੀਂ ਆਪਣੇ ਪ੍ਰੋਗਰਾਮ ਦਾ ਹਿੱਸਾ ਬਣਾ ਕੇ ਸੀਨੀਅਰ ਪੱਤਰਕਾਰ ਨਾਲ ਗੱਲ ਕਰ ਸਕੀਏ। ਅਗਲੀ ਖਬਰ ਦੀ ਗੱਲ ਕਰ ਲੈਂਦੇ ਹਾਂ। ਜਿਵੇਂ ਤੁਸੀਂ ਮੋਦੀ ਸਾਹਿਬ ਦਾ ਦੱਸਿਆ ਹੈ, ਇੱਕ ਹਵਾ ਜਿਹੀ ਚਲਾ ਲੈਂਦੇ, ਇੱਕ ਵੇਵ ਜਿਹੀ ਚਲਾ ਲੈਂਦੇ ਨੇ। ਬੀਤੇ ਦਿਨੀ ਲੋਕ ਸਭਾ ਦੇ ਵਿੱਚ ਵੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਅੰਦਾਜ਼ ਕੁਝ ਵੱਖਰਾ ਹੀ ਸੀ ਤੇ ਜਿਸ ਤਰ੍ਹਾਂ ਕਾਂਗਰਸੀ ਲਪੇਟੇ ਮੋਦੀ ਸਾਹਿਬ ਨੇ, ਨਾਲੇ ਲੋਕਾਂ ਦੇ ਢਿੱਡੀ ਪੀੜਾ ਪਈਆਂ ਨੇ ਤੇ ਨਾਲੇ ਵਿਰੋਧੀਆਂ ਨੂੰ ਜਵਾਬ ਵੀ ਮਿਲ ਗਏ ਨੇ। ਕਿੰਜ ਵੇਖਦੇ ਹੋ? ਦੇਖੋ, ਰਾਸ਼ਟਰਪਤੀ ਦਾ ਜਿਹੜਾ ਭਾਸ਼ਣ ਸੀ ਉਹਦੇ ਤੇ ਚਰਚਾ ਚੱਲੀ ਆ ਜੀ। ਚਰਚਾ ਚੱਲਣ ਤੋਂ ਬਾਅਦ ਫਿਰ ਉਹਨਾਂ ਦੇ ਉੱਤੇ ਜਵਾਬ ਦੇਣਾ ਸੀਗਾ। ਜਵਾਬ ਦੇਣਾ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ। ਚੰਗਾ ਹੁੰਦਾ ਜੇ ਉਹ ਜੋ ਕੁਛ ਵੀ ਉਹਨਾਂ
ਬਹਿਸ ਦੇ ਦੌਰਾਨ, ਚਰਚਾ ਦੇ ਦੌਰਾਨ ਜੋ ਮੁੱਦੇ ਉੱਠ ਕੇ ਆਏ, ਚਾਹੇ ਕਰੋਨਾ ਦਾ ਸੀ, ਚਾਹੇ ਵਿਕਾਸ ਦਾ ਸੀ, ਚਾਹੇ ਉਹ ਰਾਹੁਲ ਗਾਂਧੀ ਨੇ 2 ਇੰਡੀਆ ਦਾ ਕਿਹਾ ਸੀਗਾ, ਚਾਹੇ ਚੀਨ ਪਾਕਿਸਤਾਨ ਦੀ ਗੱਲ ਕੀਤੀ ਸੀ, ਉਹਨਾਂ ਤੇ ਚਲੋ ਗੱਲ ਕਰਦੇ। ਪਰ ਮੋਦੀ ਸਾਹਿਬ ਜਿੱਦਾਂ ਤਿਆਰੀ ਕਰਕੇ ਆਏ ਸੀਗੇ ਪੂਰੀ, ਉਹਨਾਂ ਨੂੰ ਮੌਕਾ ਮਿਲਿਆ, ਉਹ ਕਹਿੰਦੇ ਭਾਈ ਤੁਸੀਂ ਹੀ ਮਜਬੂਰ ਕਰਦੇ ਮੈਨੂੰ। ਉਹ ਕਾਂਗਰਸ ਨੂੰ ਐਸਾ ਰਗੜਾ ਲਾ ਕੇ ਗਏ ਆ ਲੋਕ ਸਭਾ ਦੇ ਵਿੱਚ ਉਹ, ਵੀ ਉਹਨਾਂ ਨੇ ਇੱਥੋਂ ਤੱਕ ਗਣਾਤਾ ਸੂਬਿਆਂ ਦੇ ਵਿੱਚ ਵੀ ਕਾਂਗਰਸ ਕਦੋਂ ਤੋਂ ਲੈ ਕੇ ਹੁਣ ਤੱਕ ਇਹਨਾਂ ਸੂਬਿਆਂ 'ਚ ਆਈ ਨਹੀਂ। ਕਈ ਸੂਬਿਆਂ ਦੀ ਗਿਣਤੀ ਕਰਾਤੀ ਵੀ ਲੈ ਵੀ ਤੁਸੀਂ ਫਲਾਣੇ ਸੂਬੇ ਦੇ ਵਿੱਚ 50 ਸਾਲ ਹੋ ਗਏ। ਬੰਗਾਲ ਦੀ ਗੱਲ ਕੀਤੀ ਉਹਨਾਂ ਨੇ ਵੀ 1972 ਤੋਂ ਬਾਅਦ ਕਾਂਗਰਸ ਉੱਥੇ ਸੱਤਾ 'ਚ ਨਹੀਂ ਆਈ। ਬਿਲਕੁਲ। ਤਾਮਿਲਨਾਡੂ ਦੀ ਗੱਲ ਕੀਤੀ, ਇੱਥੋਂ ਤੱਕ ਕਿ 2-3 ਸੂਬੇ ਹੋਰ ਗਣਾਏ, ਪਰ ਨਾਲ 2 ਸੂਬੇ ਨਵੇਂ ਜਿਹੜੇ ਤੇਲੰਗਾਨਾ ਔਰ ਛੱਤੀਸਗੜ੍ਹ ਵੀ ਗਣਾਇਆ ਵੀ ਤੁਸੀਂ ਸਿਹਰਾ ਲੈ ਰਹੇ ਆ ਵੀ ਅਸੀਂ ਸੂਬਾ ਬਣਾਇਆ, ਅਸੀਂ ਸੂਬਾ ਬਣਾਇਆ, ਤੁਹਾਨੂੰ ਕਿਸੇ ਨੇ ਮੁੜ ਕੇ ਅਜਮਾਇਆ ਹੀ ਨਹੀਂ। ਸੱਤਾ 'ਚ ਤਾਂ ਆਇਆ ਹੀ ਨਹੀਂ ਤੁਸੀਂ ਹੁਣ ਤੱਕ। ਤੇਲੰਗਾਨਾ ਬਣੇ ਨੂੰ ਵੀ ਕਿੰਨਾ ਚਿਰ ਹੋ ਗਿਆ, ਛੱਤੀਸਗੜ੍ਹ ਵੀ ਬਣੇ ਨੂੰ। ਉਹ ਫਿਰ ਕਹਿੰਦੇ ਆ ਵੀ ਤੁਹਾਨੂੰ ਹਾਰ ਕੇ ਵੀ ਤੁਹਾਡਾ ਅਜੇ ਤੱਕ ਹੰਕਾਰ ਨਹੀਂ ਗਿਆ। ਉਹਨਾਂ ਸ਼ੇਰ ਬੜਾ ਵਧੀਆ ਪੜਿਆ, ਜਿਹੜਾ ਮੈਂ ਵੀ ਇੱਕ बोल के इसे पढ़ के सुना देना। जी जी। वो कहते वो जब दिन को रात कहें तो तुरंत मान जाओ, वो जब दिन को रात कहें तो तुरंत मान जाओ, नहीं मानोगे तो वो दिन में नकाब ओढ़ लेंगे। है ना, बड़ा कमाल दा सी। आगे बोलते हैं जरूरत हुई तो हकीकत को थोड़ा बहुत मरोड़ लेंगे, वो मगरूर है खुद की समझ पर बेइंतहा, इन्हें आईना मत दिखाओ, वो आईना को भी तोड़ देंगे। मतलब उन्होंने ना एक तय करके आए सी भी अज मैं कांग्रेस का कोई खुरा खोज रहन नहीं देना। जिन्नी सूई उन्होंने उत्थे घुमाई, चाहे वो टुकड़े टुकड़े गैंग के लीडर कहता, चाहे वंडन वाली पार्टी कहता, चाहे कोविड दे विच जो इन्हां दा रोल पता नहीं हुण कित्थों निकल के आया, पहली दूजी लहर वाली गल आ, वो भी खुलासा करता। पर इहदे ते सवाल जरूर उठने आ। बिल्कुल। प्रधानमंत्री नरेंद्र मोदी हुणां नूं ਗੱਲ ਜਿਹੜੀ ਕਰਨੀ ਚਾਹੀਦੀ ਸੀਗੀ ਵੀ ਤੁਸੀਂ ਬੇਰੁਜ਼ਗਾਰਾਂ ਲਈ ਕੀ ਕਰ ਰਹੇ ਹੋ, ਤੁਹਾਡਾ ਰੋਡ ਮੈਪ ਗਾਹਾਂ ਕੀ ਆ। ਨੌਜਵਾਨਾਂ ਦੀ ਗਿਣਤੀ ਜਿਹੜੀ ਉਹ ਲਗਾਤਾਰ ਵੱਧ ਰਹੀ ਆ, ਤੇ ਜੇ ਇਹ ਕਹਿਣ ਵੀ ਕਰੋਨਾ ਦੇ ਵਿੱਚ ਸਾਡੇ ਕੋਲ ਜਿਹੜੀਆਂ ਗੰਗਾ 'ਚ ਲਾਸ਼ਾਂ ਵਹਾਈਆਂ ਸੀਗੀਆਂ ਉੱਥੇ ਯੂਪੀ 'ਚ, ਉਹਨਾਂ ਦੀ ਸਾਡੇ ਕੋਲ ਕੋਈ ਗਿਣਤੀ ਨਹੀਂ ਆ। ਆਕਸੀਜਨ ਦੀ ਕਮੀ ਨਾਲ ਕਿੰਨੇ ਲੋਕ ਮਰੇ ਆ, ਉਹਨਾਂ ਦੀ ਸਾਡੇ ਕੋਲ ਕੋਈ ਗਿਣਤੀ ਨਹੀਂ ਆ। ਤੇ ਫਿਰ ਸਰਕਾਰ ਦੀ ਨਾਕਾਮੀ ਲੁਕਾਉਣ ਲਈ ਇਦਾਂ ਦੇ ਜਿਹੜੇ ਉਹ ਸ਼ੇਰੋ ਸ਼ਾਇਰੀ ਨਾਲ ਦੂਜੀ ਪਾਰਟੀ ਨੂੰ ਨਿਸ਼ਾਨਾ ਬਣਾਉਣਾ ਸੌਖਾ ਹੁੰਦਾ, ਪਰ ਉਹਨਾਂ ਨੇ ਇੱਕ ਰਾਹੁਲ ਨੂੰ ਵੀ ਨਿਸ਼ਾਨਾ ਬਣਾਇਆ ਵੀ ਇੱਕ ਰਾਹੁਲ ਬਾਬਾ ਜੀ ਕਹਿੰਦੇ यहाँ अपने भाषण दे के चले जाते हैं, फंस ये जाते हैं, विपता इनके लिए डाल जाते हैं। बिल्कुल, इन्हां नूं किसानी संघर्ष विच मरन वाले कोई गल नहीं कीती, ज्यादा फोकस इन्हां दा चोणां वाले 5 सूबियां च रिहा। उन्हां ने तां इत्थों तक कहता भी जे पंजाब च, यूपी च, उत्तराखंड च जां गोवा च जिथे चोणां हो रही उत्थे जे कोरोना के मामले वधे तो उहदे लई कांग्रेस जिम्मेवार आ। ये गल्लां मतलब उन्हां ने कहीआं आ, पर इन्हां तों आस बड़ी सीगी भी जिहड़ी बहस दा जवाब है, वैसे तो इन्हां दा भाषण सुनण वाला हुंदा, बहुत वधिया तरीके नाल लहजा जो इन्हां दी हाव भाव शैली हुंदी आ, वो तो कोई मुकाबला ही है नहीं इन्हां दा ना। पर उहदे विच ज्यादातर जे आपां कांग्रेस नूं ही कही जाइए भी तुसीं मान लो, अच्छा अगली गल उन्होंने एक ये भी कही आ भी यार ਜਿਹੜੇ ਕੰਮ ਅਸੀਂ ਹੁਣ ਕੀਤੇ ਆ 2014 ਤੋਂ ਲੈ ਕੇ, ਤੁਸੀਂ 50-60 ਸਾਲ ਰਹੇ ਸੱਤਾ 'ਚ, ਤੁਹਾਡੇ ਦਿਮਾਗ 'ਚ ਕਿਉਂ ਨਹੀਂ ਆਇਆ? ਇਹ ਗੱਲ ਤਾਂ ਉਹਨਾਂ ਦੀ ਜਾਇਜ਼ ਆ ਵੀ ਕਾਂਗਰਸ ਵਾਲੇ ਹੁਣ ਇਹਨਾਂ ਦੇ ਗਲਤ ਕੰਮਾਂ ਤੇ ਸਵਾਲ ਉਠਾਉਂਦੇ ਆ ਵੀ ਮੰਨ ਲਓ ਚਾਹੇ ਗਲਤ ਕੀਤੇ ਚਾਹੇ ਸਹੀ ਕੀਤੇ, ਗਲਤ ਨੂੰ ਉਹ ਨਿਕਤਾ 'ਚ ਨਹੀਂ ਕਰਦੇ, ਸਹੀ ਨੂੰ ਕਦੇ ਸਹੀ ਠਹਿਰਾਉਂਦੇ ਨਹੀਂ। ਤੇ ਜੇ ਤੁਸੀਂ 50 ਸਾਲ ਸੱਤਾ 'ਚ ਰਹੇ ਆ ਤਾਂ ਉਦੋਂ ਤੁਹਾਨੂੰ ਇਹ ਖਿਆਲ ਨਹੀਂ ਆਇਆ। ਤੇ ਮੋਦੀ ਸਾਹਿਬ ਕਹਿੰਦੇ ਆ ਤੁਹਾਡੀ ਸੂਈ ਤਾਂ ਸਿਰਫ 2014 ਤੇ ਅਟਕੀ ਹੋਈ ਆ, ਮੈਨੂੰ ਨਹੀਂ ਲੱਗਦਾ ਤੁਸੀਂ 100 ਸਾਲ ਫੇਰ ਮੁੜ ਕੇ ਸੱਤਾ ਸ਼ੇਰ ਸਾਹਿਬ ਜਿਹੜਾ ਸ਼ੇਰ ਤੁਸੀਂ ਵੀ ਪੜ੍ਹ ਕੇ ਸੁਣਾਇਆ, ਜਿਹੜਾ ਸ਼ੇਰ ਮੋਦੀ ਸਾਹਿਬ ਨੇ ਵੀ ਪੜ੍ਹ ਕੇ ਲੋਕ ਸਭਾ 'ਚ ਸੁਣਾਇਆ, ਉਹ ਸ਼ੇਰ ਇਹਨਾਂ ਦੇ ਉੱਪਰ ਆਪਣੇ ਉੱਪਰ ਵੀ ਲਗਾ ਕੇ ਦੇਖ ਲੈਣਾ ਚਾਹੀਦਾ। ਆਪਣੇ ਤੇ ਨਹੀਂ ਲਾਉਂਦੇ ਹੁੰਦੇ ਬਿਲਕੁਲ। ਜੇਕਰ ਉਹ ਕਹਿੰਦੇ ਨੇ ਕਿ ਦਿਨ ਨੂੰ ਜੇਕਰ ਉਹ ਰਾਤ ਕਹਿਣ ਤੇ ਰਾਤ ਮੰਨ ਲਓ, ਨਹੀਂ ਤੇ ਨਕਾਬ ਪਹਿਨ ਲੈਣਗੇ। ਤੇ ਇਹ ਤਾਂ ਗੱਲ ਭਾਜਪਾ ਤੇ ਵੀ ਦੋਸ਼ ਲੱਗਦੇ ਰਹਿੰਦੇ ਨੇ ਨਾ ਕਿ ਜੇਕਰ ਭਾਜਪਾ ਦੀ ਕਹੀ ਗੱਲ ਨਹੀਂ ਮੰਨੀ ਜਾਂਦੀ ਤਾਂ ਵਿਰੋਧੀਆਂ ਦੀਆਂ ਉਹ ਧੱਜੀਆਂ ਉਡਾਉਂਦੇ ਨੇ ਜਾਂ ਲੋਕਾਂ ਨੂੰ ਇੰਜ ਅਨਸੁਣਿਆ ਕਰਦੇ ਨੇ, ਸਾਰੇ ਦੇਖਦੇ ਨੇ। ਫਿਰ ਨਹੀਂ, ਉਹਨਾਂ ਦਾ ਮਤਲਬ ਸੀਗਾ ਵੀ ਤੁਸੀਂ ਲੋਕਾਂ ਦੀ ਗੱਲ ਨਹੀਂ ਮੰਨਦੇ ਕਰਕੇ ਤਾਂ ਕਰਕੇ ਤੁਹਾਡੇ 'ਚ ਇਹ ਹੰਕਾਰ ਆ। ਤੇ ਜੇ ਤੁਸੀਂ ਨਹੀਂ ਮੰਨੂਗੇ ਤੇ ਅਗਲੇ ਦਿਨ ਨੂੰ ਰਾਤ ਤੁਸੀਂ ਨਹੀਂ ਮੰਨੂਗੇ ਤਾਂ ਉਹ ਦਿਨ ਵੇਲੇ ਹੀ ਨਕਾਬ ਪਹਿਨ ਕੇ ਕਹਿਣਗੇ ਚੰਗਾ ਭਾਈ ਰਾਤ ਹੀ ਆ। ਤਾਂ 1 ਸਾਲ ਤੱਕ ਮੋਦੀ ਸਰਕਾਰ ਦਾ ਕਿਸਾਨਾਂ ਮੈਂ ਉਹੀ ਕਹਿੰਦਾ ਵੀ ਇਹ ਜਿਹੜੀਆਂ ਚੀਜ਼ਾਂ ਇਹਨਾਂ ਤੇ ਹੀ ਲਾਗੂ ਹੁੰਦੀਆਂ ਸੀਗੀਆਂ, ਉਹਦੇ ਵਿੱਚ ਇੱਕ ਸੇਧ ਦੇਣ ਵਾਲੀ ਗੱਲ ਹੁੰਦੀ, ਉਹਦੇ 'ਚ ਅੰਕੜੇ ਦੇਣ ਵਾਲੀ ਗੱਲ ਹੁੰਦੀ। ਠੀਕ ਹੈ, ਮਹਾਮਾਰੀ ਦੇ ਵਿੱਚ ਕਿਸੇ ਨੂੰ ਇਹਦੇ ਵਿੱਚ ਸਿਆਸਤ ਕਰਨ ਵਾਲੀ ਗੱਲ ਹੈ ਨਹੀਂ ਸੀ, ਕਿਉਂਕਿ ਇਹ ਤਾਂ ਕੁਦਰਤੀ ਆਫਤ ਸੀਗੀ, ਹੈਗੀ ਵੀ ਆ ਹਜੇ। ਜੇ ਉਹਦੇ ਤੇ ਸਿਆਸਤ ਕੋਈ ਕਰਦਾ ਤਾਂ ਵੈਸੇ ਗਲਤ ਗੱਲ ਆ। ਪਰ ਤੁਸੀਂ ਆਪ ਦਾ ਦੱਸੋ ਵੀ ਤੁਸੀਂ ਤਾਂ ਕਹਿੰਦੇ ਸਾਡੇ ਕੋਲ ਆਕਸੀਜਨ ਨਾਲ ਕਿੰਨੇ ਬੰਦੇ ਮਰੇ ਆ, ਕਿੰਨੀਆਂ ਜਾਨਾਂ ਗਈਆਂ ਕਰੋਨਾ 'ਚ, ਉਹ ਸਾਡੇ ਕੋਲ ਗਿਣਤੀ ਹੈ ਨਹੀਂ, ਜਦ ਕਿ
ਕਿ ਤੁਹਾਡੇ ਆਪ ਦੇ ਮੰਤਰੀ ਕਹਿ ਰਹੇ ਸੀ ਕਿ ਆਕਸੀਜਨ ਦੀ ਕਮੀ ਪੂਰੀ ਕਰ ਲਾਂਗੇ, ਫਲਾਣੇ ਥਾਂ ਤੋਂ ਆਕਸੀਜਨ ਭਜਾਓ ਜੀ, ਫਲਾਣੇ ਥਾਂ ਤੇ ਘੱਟ ਆ। ਹਸਪੀਟਲਾਂ ਦੇ ਐਮਡੀ ਜਿਹੜੇ ਆ ਮੈਨੇਜਿੰਗ ਡਾਇਰੈਕਟਰ ਸੀਗੇ, ਉਹ ਰੋਂਦੇ ਪਿੱਟਦੇ ਰਹੇ ਵੀ ਮੇਰੇ ਹਸਪੀਟਲ 'ਚ ਇੰਨੇ ਜੀ ਜਿਹੜੇ ਆ ਇੱਕਦਮ ਸਾਡਾ ਸਪਲਾਈ ਰੁਕ ਗਈ ਆਕਸੀਜਨ ਦੀ ਤੇ ਇੰਨੇ ਮਰ ਗਏ, ਤੇ ਉਹਨਾਂ ਦੀ ਗੱਲ ਵੀ ਝੂਠ ਕਰੀ ਜਾਂਦੇ ਆ। ਦੂਸਰੀ ਗੱਲ ਤੁਸੀਂ ਕਹਿੰਦੇ ਪਏ ਉੱਥੇ ਲਾਸ਼ਾਂ ਜਿਹੜੀਆਂ ਵਹਾ ਦਿੱਤੀਆਂ ਗਈਆਂ ਬੇਪਛਾਣੀਆਂ ਜਾਂ ਉਹਨਾਂ ਦਾ ਕੋਈ ਨਾਮੋ ਨਿਸ਼ਾਨੀ ਹੈ ਨਹੀਂ, ਉਹਨਾਂ ਦੀ ਗਿਣਤੀ ਹੈ ਨਹੀਂ। ਤੁਹਾਡੇ ਹੀ ਉੱਥੇ ਲੋਕ ਜਿਹੜੇ ਸੀਗੇ ਜਿਹੜੇ ਉੱਥੋਂ ਚੱਕ ਕੱਪੜਾ ਲਿਆਉਂਦੇ ਸੀਗੇ, ਲਾਸ਼ਾਂ ਤਰਦੀਆਂ ਵੀ ਪਾਣੀਆਂ 'ਚ ਦਿਸੀਆਂ, ਉਹਨਾਂ ਦਾ ਜਵਾਬ ਕੌਣ ਦਊ? ਇਹ ਵੀ ਜਾਣਨਾ ਜ਼ਰੂਰੀ ਨਹੀਂ ਸਮਝਿਆ ਕਿ ਅਗਰ ਇਹ ਲਾਸ਼ਾਂ ਅਣਪਛਾਤੇ ਨੇ ਤੇ ਆਈਆਂ ਕਿੱਥੋਂ ਹੈ? ਕਿਸੇ ਨੇ ਇਸ ਗੱਲ ਦੀ ਘੋਖ ਹੀ ਨਹੀਂ ਕੀਤੀ। ਉਹ ਕਹਿੰਦੇ ਆਕਸੀਜਨ ਬਾਰੇ ਅਸੀਂ ਰਾਜਾਂ ਤੋਂ ਰਿਪੋਰਟ ਲਈ ਆ, ਔਰ ਰਾਜਾਂ ਵਾਲੇ ਕਹਿੰਦੇ ਸਾਡੇ ਤੋਂ ਕਿਸੇ ਨੇ ਕੋਈ ਨਹੀਂ ਮਰਿਆ ਜੀ। ਹੁਣ ਜਿੱਥੇ ਬੀਜੇਪੀ ਸ਼ਾਸਿਤ ਪ੍ਰਦੇਸ਼ ਆ ਉਹਨਾਂ ਦੀ ਕੀ ਮਜਾਲ ਹੈ ਤੁਹਾਡੇ ਖਿਲਾਫ ਕੋਈ ਬੋਲ ਜਾਵੇ? ਬਿਲਕੁਲ। ਸੋ ਇੱਕਦਮ ਕਿਉਂਕਿ ਲਗਾਤਾਰ ਦਰਸ਼ਕ ਵੀ ਕਮੈਂਟ ਕਰ ਰਹੇ ਨੇ ਕਿ ਕਿਸੇ ਦੀ ਸਰਕਾਰ ਨੂੰ ਚਾਹੇ 60-70 ਸਾਲ 'ਚ ਹੋ ਸਕਦਾ ਵਿਕਾਸ ਬਹੁਤ ਧੀਮੀ ਗਤੀ ਨਾਲ ਹੋਇਆ। ਆਜ਼ਾਦੀ ਤੋਂ ਬਾਅਦ ਜੇਕਰ ਸਰਕਾਰਾਂ ਰਹੀਆਂ, ਕਿਸੇ ਨੇ ਵੀ ਇਸ ਪੱਧਰ ਦਾ ਵਿਕਾਸ ਨਹੀਂ ਕੀਤਾ ਜਿਸ ਨਾਲ ਭਾਰਤ ਵਿਕਾਸ ਦੀਆਂ ਲੀਹਾਂ ਤੇ ਚੱਲਦਾ। ਪਰ ਇੰਜ ਵੀ ਤਾਂ ਨਹੀਂ ਹੈ ਨਾ ਕਿ ਅਸੀਂ ਆਦਿ ਮਾਨਵ ਦੇ ਯੁੱਗ ਤੋਂ 2014 ਆ ਕੇ ਇਨਸਾਨ ਬਣੇ ਆ ਤੇ 60-70 ਸਾਲ ਅਸੀਂ ਆਦਿ ਮਾਨਵ ਹੀ ਸੀ। ਆਪਾਂ ਜੇ ਦੇਖੀਏ ਨਾ ਵੀ ਪਿੰਡ ਦੇ ਵਿੱਚ ਵੀ ਕੋਈ ਸਰਪੰਚ ਨਵਾਂ ਬਣਦਾ ਨਾ, ਉਹ ਵੀ ਜੇ ਕਹੇ ਵੀ ਤੂੰ ਪਿਛਲਾ ਕੀ ਕੀਤਾ ਸੀ ਮੈਂ ਕਰੂੰਗਾ, ਭਾਈ ਉਹ ਤੋਂ ਗਾਹਾਂ ਤੁਰ, ਵੀ ਜੇ ਤਾਂ ਨਾਲੀ ਇੱਥੋਂ ਤੱਕ ਬਣਾਈ ਆ ਮੈਂ ਗਾਹਾਂ ਬਣਾਉਂਗਾ, ਜੇ ਮੈਂ ਗਲੀ ਇੱਥੋਂ ਤੱਕ ਇੱਟਾਂ ਦੀ ਬਣਾਈ ਆ ਮੈਂ ਇੰਟਰਲੌਕ ਲਾਉਂਗਾ। ਤੁਸੀਂ ਅਗਲੀ ਗੱਲ ਕਰੋ ਨਾ, ਕਿਉਂਕਿ ਮਾਡਰਨ ਟੈਕਨੋਲੋਜੀ ਤਾਂ ਹਰ ਪਰ ਬਦਲਦੀ ਰਹਿੰਦੀ ਆ। ਉਦੋਂ ਉਹ ਟੈਕਨੋਲੋਜੀ ਹੈ ਨਹੀਂ ਸੀ ਜਿਹੜੀ ਹੁਣ ਆ। ਜੇ ਤੁਸੀਂ ਡਿਜੀਟਲਾਈਜੇਸ਼ਨ ਹੁਣ ਲਿਆਂਦਾ 14 ਚ ਤੇ ਨਹਿਰੂ ਵੇਲੇ ਥੋੜੀ ਹੈ ਨਹੀਂ ਸੀ, ਉਦੋਂ ਕਿੱਥੇ ਸੀਗਾ? ਉਦੋਂ ਵੀ ਫਿਰ ਸਵਾਲ ਕਰਦੇ ਨੇ ਕਿ ਉਹਨਾਂ ਨੇ ਜੇ ਹੁਣ ਨਹਿਰੂ ਦੇ ਸਮੇਂ ਹੈ ਨਹੀਂ ਸੀ, ਇੱਥੋਂ ਤੱਕ ਕਿ ਅਟਲ ਬਿਹਾਰੀ ਵਾਜਪਾਈ ਦੇ ਸਮੇਂ ਵੀ ਹੈ ਨਹੀਂ ਸੀ। ਤੇ ਜਦੋਂ ਤੁਹਾਡੇ ਸਮੇਂ ਆਇਆ ਇਹ ਟੈਕਨੋਲੋਜੀ ਨਵੀਂ ਆਈ ਤਾਂ ਤੁਸੀਂ ਹੀ ਲਾਗੂ ਕਰਨੀ ਸੀ। ਤੇ ਇਹਦੇ 'ਚ ਇਹ ਗੱਲ ਕਹਿਣੀ ਵੀ ਪਿਛਲਿਆਂ ਨੇ ਕੁਝ ਨਹੀਂ ਕੀਤਾ ਤੇ ਦੇਸ਼ ਨੂੰ ਫਿਰ ਇੱਥੋਂ ਤੱਕ ਲੈ ਕੇ ਆਉਣ ਨੂੰ ਤੁਸੀਂ ਹੁਣ ਗਾਹਾਂ ਲੈ ਕੇ ਚੱਲੇ ਆ। ਕੱਲ ਨੂੰ ਪਤਾ ਨਹੀਂ ਹੁੰਦਾ, ਸਮਾਂ ਬਦਲਣ ਦਾ, ਕੋਈ ਹੋਰ ਆ ਜਾਵੇ। ਮੰਨ ਲਓ 100 ਸਾਲ ਤੱਕ ਕਹਿਤਾ ਕਾਂਗਰਸ ਨਹੀਂ ਆ ਸਕਦੀ, ਪਰ ਕੋਈ ਭੇਦ ਨਹੀਂ ਹੁੰਦਾ। ਵੋਟਰ ਆ, ਲੋਕਾਂ ਦਾ ਮਨ ਆ, ਕਿੱਧਰ ਨੂੰ ਬਦਲ ਜਾਣਾ ਕੋਈ ਪਤਾ ਨਹੀਂ। ਪਰ ਜਦੋਂ ਕਿਤੇ ਤੁਹਾਡੀ ਵਾਰੀ ਨਿਕਲ ਜਾਣੀ ਆ, ਅਗਲਾ ਬੰਦਾ ਆ ਕੇ ਤੁਹਾਨੂੰ ਕੋਸਣ ਲੱਪੂ ਤੇ ਗਾਹਾਂ ਕੰਮ ਹੀ ਨਾ ਕਰੂ ਯਾਰ ਇਹਨਾਂ ਨੇ ਕੁਝ ਨਹੀਂ ਕੀਤਾ, ਤੇ ਜੋ ਉਹਨਾਂ ਨੇ ਭਾਈ ਕਰਤਾ ਤੁਸੀਂ ਆਪ ਦਾ ਗਾਹਾਂ ਤੋਰੋ। ਬਿਲਕੁਲ। ਸੋ ਸਮੇਂ ਦੇ ਨਜ਼ਾਕਤ ਨੂੰ ਵੇਖਦੇ ਦੋ ਜ਼ਰੂਰੀ ਖਬਰਾਂ ਸੰਖੇਪ 'ਚ ਗੱਲ ਕਰ ਲੈਂਦੇ ਆ। ਇੱਕ ਜਿਵੇਂ ਮੋਦੀ ਸਾਹਿਬ ਦੀ ਗੱਲ ਚੱਲਦੀ ਆ, ਵਰਚੁਅਲ ਅੱਜ ਰੈਲੀ ਕਰਨ ਜਾ ਰਹੇ ਨੇ। ਦੂਸਰੀ ਗੱਲ ਕਿ ਮਾਇਆਵਤੀ ਬਸਪਾ ਸੁਪਰੀਮੋ ਜੋ ਅੱਜ ਪੰਜਾਬ ਆ ਰਹੇ ਨੇ ਨਵਾਂ ਸ਼ਹਿਰ ਵਾਲੀ ਸਾਈਡ ਤੇ, ਕਿੰਜ ਵੇਖਦੇ ਹੋ? ਬਿਲਕੁਲ, ਸਿਆਸਤ ਇਸ ਵੇਲੇ ਪੂਰੀ ਤਰ੍ਹਾਂ ਚੋਣਾਂ ਦਾ ਮਾਹੌਲ ਭਖਿਆ ਹੋਇਆ ਪੰਜਾਬ ਦੇ ਵਿੱਚ, ਤੇ ਹਰ ਕੋਈ ਲੀਡਰ ਚਾਹੁੰਦਾ ਆ ਪਏ ਮੇਰੇ ਤੋਂ ਕੋਈ ਦਾ ਪੇਚ ਕਿਤੇ ਘੱਟ ਨਾ ਰਹਿ ਜਾਵੇ। ਤੇ ਉਹਦੇ ਵਿੱਚ ਬੀਜੇਪੀ ਵਾਲਿਆਂ ਕੋਲ ਜਿਹੜਾ ਸਭ ਤੋਂ ਵੱਡਾ ਦਾ ਪੇਚ ਆ ਉਹਨਾਂ ਦਾ ਉਹ ਭਾਸ਼ਣ ਰਾਹੀਂ ਲੋਕਾਂ ਨੂੰ ਕੀਲਣ ਦਾ ਦਾ ਪੇਚ ਆ, ਔਰ ਉਹਦੇ ਵਿੱਚ ਸਭ ਤੋਂ ਮਾਹਰ ਉਹ ਸਾਨੂੰ ਪਤਾ ਹੀ ਆ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣੀ ਆ। ਉਹਨਾਂ ਦੀ ਵਰਚੁਅਲ ਰੈਲੀ ਕੱਲ ਵੀ ਸੀਗੀ, ਮੈਂ ਕਿਹਾ ਯੂਪੀ ਵਗੈਰਾ ਉੱਤਰਾਖੰਡ ਤੇ, ਹੁਣ ਅੱਜ ਤੇ ਕੱਲ 2 ਦਿਨ ਪੰਜਾਬ ਵਿੱਚ ਆ। 2 ਜ਼ਿਲ੍ਹੇ ਉਹਨਾਂ ਨੇ ਫਤਿਹਗੜ੍ਹ ਸਾਹਿਬ ਤੇ ਲੁਧਿਆਣਾ ਚੁਣਿਆ ਆ, ਉਸ ਤੋਂ ਬਾਅਦ ਅਗਲੇ ਜ਼ਿਲ੍ਹਿਆਂ ਦੀ ਹੋ ਗਈ। ਇੱਕ ਲੋਕ ਸਭਾ ਹਲਕਿਆਂ ਨੂੰ ਚੁਣ ਕੇ ਉਸ ਤਰੀਕੇ ਨਾਲ ਉਹ ਕਰ ਰਹੇ ਆ ਵੀ ਤਾਂ ਕਿ ਉਹਨਾਂ ਦੀ ਜਿਹੜੀ ਗੱਲ ਆ ਇਹ ਪਹਿਲਾਂ 2 ਲੋਕ ਸਭਾ ਹਲਕਿਆਂ ਦੇ ਜਿੰਨੇ ਵਿਧਾਨ ਸਭਾ ਹਲਕੇ ਪੈਂਦੇ ਆ ਉੱਥੋਂ ਤੱਕ ਪਹੁੰਚ ਜਾਏ, ਜੇ ਕੱਲ ਨੂੰ ਕੋਈ ਹੋਰ ਚੁਣ ਲੈਣਗੇ। ਸੋ ਉਹਨਾਂ ਦੀ ਹੁਣ ਜਿਹੜੀ ਸਿਆਸਤ ਆ, ਬੇਸ਼ੱਕ ਫਿਜ਼ੀਕਲੀ ਰੈਲੀ ਨਹੀਂ ਹੋ ਰਹੀ, ਜਾਂ 25 ਜਿਹੜਾ ਸੀਗਾ 25 ਤਰੀਕ ਸੀ ਮੇਰੇ ਖਿਆਲ ਜਦੋਂ ਪ੍ਰਧਾਨ ਮੰਤਰੀ ਹੋਰੀ ਆਏ ਸੀਗੇ ਜੀ, ਜਦੋਂ ਫਿਰੋਜ਼ਪੁਰ ਜਿਹੜਾ ਰੌਲਾ ਪਿਆ ਸੀਗਾ, ਹੋ ਸਕਦਾ ਉਸ ਤੋਂ ਬਾਅਦ ਨਹੀਂ ਆਏ। ਪਰ ਹੁਣ ਜਦੋਂ ਕੋਵਿਡ ਦੀਆਂ ਪਾਬੰਦੀਆਂ ਆ, ਪਰ ਕੋਵਿਡ ਦੇ ਕਰੋਨਾ ਦੇ ਮਾਮਲੇ ਤਾਂ ਅੱਜ 65-67 ਹਜ਼ਾਰ ਹੀ ਰਹਿ ਗਏ ਆ, ਤੇ ਮੈਨੂੰ ਪਾਬੰਦੀਆਂ ਖੋਲ ਦੇਣੀਆਂ ਚਾਹੀਦੀਆਂ, ਰੈਲੀਆਂ ਰੁਲੀਆਂ ਕਰਨ, ਲੋਕਾਂ ਨੂੰ ਪਤਾ ਲੱਗੇ ਵੀ ਵੋਟਾਂ ਕਿੱਦਾਂ ਪੈਂਦੀਆਂ, ਤਾਂ ਕੌਣ ਬੰਦਾ ਕਿਹਦੇ ਇਕੱਠ ਤੇ ਕਿਹਦੀ ਪਾਰਟੀ ਦਾ ਕਿੰਨਾ ਇਕੱਠ ਹੁੰਦਾ, ਉਹਦੇ ਤੋਂ ਘੱਟੋ ਘੱਟ ਕਿਆਸ ਰਾਈਆਂ ਤਾਂ ਲਾਉਣ। ਬਾਬੇ ਵਾਲੇ ਪਾਸੇ ਅਗਲੇ ਨੂੰ ਸਹੀ ਐਸਟੀਮੇਟ ਆ ਜਾਵੇ ਕਿ ਮੇਰੇ ਮਗਰ ਕਿੰਨੇ, ਇਹ ਨਾ ਹੋਵੇ ਬਾਬੇ ਵਾਲੇ ਪਾਸੇ ਕਿਆਸ ਰਾਈਆਂ ਲੱਗੀ ਜਾਣ ਤੇ ਇੱਧਰ ਦੇਖੀ ਜਾਣ ਭਾਈ ਇਕੱਠੇ ਹੈ ਨਹੀਂ। ਤੇ ਜਿਹੜਾ ਪ੍ਰਧਾਨ ਮੰਤਰੀ ਮੋਦੀ ਵਰਚੁਅਲ ਰੈਲੀ ਕਰਦਾ ਤਾਂ ਮੋਹਰੇ ਸਿਰਫ 500 ਜਾਂ 1000 ਬੰਦਾ ਬੈਠਾ, ਤੇ ਜਿੱਥੇ ਹੋਰ ਸਕਰੀਨਾਂ ਲਾ ਕੇ ਬੈਠੇ ਦਿਸਣੀ ਨਾ। ਰਾਹੁਲ ਗਾਂਧੀ ਵਾਰ ਇਦਾਂ ਹੀ ਹੋਇਆ, ਉੱਥੇ 700-800 ਬੰਦਾ ਸੀਗਾ ਤੇ ਮੁੜ ਕੇ ਉਹਨਾਂ ਦੀ ਗਿਣਤੀ ਦੂਜੇ ਦਿਨ ਆ ਰਹੀ ਵੀ 11 ਲੱਖ ਬੰਦਿਆਂ ਨੇ ਸੁਣਿਆ। ਹੁਣ 11 ਲੱਖ ਬੰਦਿਆਂ ਤੇ ਸੁਣਨਾ ਜਿਹੜਾ ਉਹ ਕਿਸੇ ਨੂੰ ਹਜਮ ਥੋੜੀ ਹੋਊਗਾ, 11 ਲੱਖ ਕਿੱਥੋਂ ਆ ਗਿਆ ਭਾਈ। ਸੋ ਇਹ ਤਰੀਕੇ ਨਾਲ ਜੇ ਹੁਣ ਇਹਨਾਂ ਨੇ ਕੋਵਿਡ ਪਾਬੰਦੀਆਂ ਹਟਾਉਂਦੇ ਆ ਤੇ ਉਹਦੇ ਲਈ ਰੈਲੀਆਂ ਬੇਸ਼ੱਕ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਤਾਂ ਕਿ ਵੋਟਾਂ ਤੱਕ ਕਰੋਨਾ ਨੂੰ ਪਤਾ ਲੱਗ ਜਾਊਗਾ, ਕਿਉਂਕਿ ਕਰੋਨਾ ਆਪੇ ਕਹਿੰਦਾ ਮੈਂ 18 ਸਾਲ ਦਾ ਤਾਂ ਹੈ ਨਹੀਂ, ਚੋਣਾਂ ਚ ਆਉਂਦਾ ਨਹੀਂ। ਤੇ ਇਸ ਕਰਕੇ ਹੁਣ ਇਹ ਵਰਚੁਅਲ ਰੈਲੀਆਂ ਦਾ ਕਿੰਨਾ ਕੁ ਅਸਰ ਪੈਂਦਾ, ਕਿੰਨਾ ਕੁ ਉਹ ਵੋਟਰਾਂ ਨੂੰ ਲੁਭਾਉਣ ਚ ਕਾਮਯਾਬ ਹੁੰਦੇ ਆ, ਜਾਂ ਕੀ ਨਵਾਂ ਉਹ ਐਲਾਨ ਕਰਦੇ ਆ ਵੀ ਅਸੀਂ ਸਰਕਾਰ ਆਈ ਤੇ ਕੀ ਕਰਾਂਗੇ, ਇਹ ਦੇਖਣ ਵਾਲੀ ਗੱਲ ਹੋਊਗੀ। ਇਸੇ ਤਰੀਕੇ ਨਾਲ ਮਾਇਆਵਤੀ ਆ, ਉਹ ਤਾਂ ਉਹਨਾਂ ਦੀ ਫਿਜ਼ੀਕਲ ਰੈਲੀ ਆ ਉੱਥੇ ਨਵਾਂ ਸ਼ਹਿਰ ਦੇ ਵਿੱਚ ਆ, ਉਹ ਦੁਆਬੇ ਨੂੰ ਮੁੱਖ ਰੱਖ ਕੇ ਨਵਾਂ ਸ਼ਹਿਰ ਰੱਖੀ ਗਈ ਆ। ਦੁਆਬੇ ਦੇ ਵਿੱਚ ਐਸੀ ਭਾਈਚਾਰੇ ਦਾ ਪੂਰਾ ਗੜ੍ਹ ਮੰਨਿਆ ਜਾਂਦਾ ਆ, ਤੇ ਉੱਥੇ ਉਹ ਆਪਣੇ ਤੌਰ ਤੇ
ਕਿੰਨਾ ਕੁ ਪ੍ਰਭਾਵ ਪਾਉਂਦੀ ਆ ਇਹ ਵੀ ਦੇਖਣ ਵਾਲੀ ਗੱਲ ਹੋ ਗਈ ਆ। ਲੋਕਾਂ ਦੇ ਵਿੱਚ ਹੀ, ਕਿਉਂਕਿ ਵੋਟਰ ਫਿਲਹਾਲ ਅਜੇ ਤੱਕ ਖਾਮੋਸ਼ ਆ, ਸੋ ਲੋਕਾਂ ਨੇ ਦੇਖਣਾ ਆ ਵੀ ਹੁਣ ਕੀ ਕਰਨਾ ਆ। ਹੌਲੀ ਹੌਲੀ ਦਿਨ ਨੇੜੇ ਆਈ ਜਾਂਦੇ ਆ, ਮੈਨੂੰ ਲੱਗਦਾ 2-3 ਦਿਨ ਨੇੜੇ ਜਾ ਕੇ ਹੀ ਕੋਈ ਆਪਣਾ ਮਨ ਬਣਾ ਸਕੂਗਾ। ਬਿਲਕੁਲ। ਸੋ ਚੋਣਾਂ ਵਾਲੇ ਦਿਨ ਦਾ ਕਾਊਂਟਡਾਊਨ ਸ਼ੁਰੂ ਹੋ ਚੁੱਕਾ ਹੈ, 11 ਦਿਨ ਰਹਿ ਚੁੱਕੇ ਨੇ। ਉੱਥੇ ਹੀ ਪੰਜਾਬ ਦੇ ਵਿੱਚ ਚੋਣ ਦੰਗਲ ਕਾਫੀ ਭਖਿਆ ਹੋਇਆ, ਇਸ ਬਾਬਤ ਵਿਚਾਰ ਚਰਚਾ ਕਰਦੇ ਰਹਾਂਗੇ। ਹੁਣ ਦੇ ਲਈ ਇੰਨਾ ਹੀ। ਮੈਨੂੰ ਪਰਮਜੀਤ ਕੌਰ ਸਾਨੀਆ ਤੇ ਸੀਨੀਅਰ ਪੱਤਰਕਾਰ ਅਵਤਾਰ ਸਿੰਘ ਸ਼ੇਰਗਿੱਲ ਜੀ ਦੇ ਇਜਾਜ਼ਤ। ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ। ਧੰਨਵਾਦ ਜੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।